रिमशा, ए छोरे किधर गई और आता? हाँ दस हो की आनी है। तेनू कितनी बारी आख्या भी है कि कोई काम बंदा करदा पे होवे ना तो उसले सद ना मारिया कर। तू उसे वेले ही सद मरे नहीं ते अपने कोई फटीक पा देनी है। पग नाल कोई काम ही होवना है। अయ్యా कुछ मां प्यो तमें सिखाई है। मां नाल भी घर इंगे बोलदी है जिवें मेरे नाल बोलदी पई है। चज्जा वाली यो चाज लेके आई। मां मेनू चंगी दी तमीज सिखाई हुई है, समझ आई ना? बहु चंगी सिखाई हो सु बहु तमीज ना बोलदी है। ते की है ए वलदा देवन दा ए मतलब हुंदा जेड़ा तू मैनू वलदा दित्ता। ते केड़ा बलदा दिता तू जो मेनू सद मारिया वेंदी भी पई है मेरे हाथ च भांडे मैं भांडे धोवन जाऊंगा। तू उसे लिए मेनू वेख के सद मेरी जिथे मैं काम करन ते जांदी मैनू पई काम हो सी त मैं सदया ना ए मैं वेली त कोई ना। ਉਹ ਤਾਂ ਮੈਂ ਆਂਦੀ ਪਈ ਆ, ਆਪਣਾ ਕੰਮ ਹੋਣਾ ਹੈ ਤਾਂ ਹੀ ਤੇ ਮੈਨੂੰ ਸਦ ਮਾਰਿਆ। ਤੇ ਹੋਰ ਮੈਂ ਕਿਹਨੂੰ ਮਾਰਾਂ? ਮੈਂ ਤੈਨੂੰ ਹੀ ਮਾਰਨਾ ਨਾ। ਜਦੋਂ ਤੂੰ ਹੈ ਤਾਂ ਤੈਨੂੰ ਹੀ ਮਾਰਨਾ ਨਾ। ਹਲਾ ਹੁਣ ਰੋਲਾ ਕੱਢ ਦੋ ਕੀ ਆ ਕੰਮ ਹੀ। ਇਹ ਦੱਸੋ ਮੈਂ ਜੇ ਤੈਨੂੰ ਆਖਿਆ ਵੀ ਆ ਦੂਏ ਤਰੀਏ ਦਿਨ ਦੇ ਮੇਰੇ ਕੱਪੜੇ ਲੱਥੇ ਪੈਣਾ ਹੈ ਉਹ ਤੂੰ ਨੂੰ ਧੋ ਸਕੀ? ਤੇਰੇ ਹੁੰਦਿਆਂ ਵੀ ਮੈਂ ਧੋਵਣੇ ਤੇ ਤੇਰਾ ਕੀ ਫਾਇਦਾ ਮੁੜਾ ਹੈ? ਸਹੀ ਇਹ ਮੇਰੇ ਆਉਣ ਤੋਂ ਪਹਿਲੇ ਕੱਪੜੇ ਤੂੰ ਨਾ ਧੋਂਦੀਆਂ ਹੈ? ਉਹ ਸਰਫ ਲੱਗੀ ਪਈ ਹੈ ਤੇਰੇ ਕੱਪੜਿਆਂ ਨੂੰ, ਖਾਲੀ ਬੁਰਸ਼ ਹੀ ਮਾਰਨਾ ਤੇ ਉਹਨੂੰ ਵਿੱਚ ਧੋ ਛੱਡ ਦੋ ਕਿ ਹੁਣ ਮੈਂ ਕਰਨਾ ਤਾਂ ਹੀ ਹੋਣਾ ਇਹ ਕੰਮ। ਪਹਿਲਾਂ ਤਾਂ ਭਾਜ ਕੇ ਕਰਦੀ ਹੈ ਸਾਰੇ ਘਰ ਦੇ ਕੰਮ, ਹੁਣ ਮੈਂ ਹੀ ਦਿਸਦੀ ਆ ਤੈਨੂੰ ਬਸ। कोई ना तेरी जबान बहु चलने लग पई, समझ आई? अच्छा भाई तेरा जल्दी कर जाके ना कपड़े मेरे दो पहले मैं तो जा। ਜੇ ਇੰਜ ਤੂੰ ਕੱਪੜੇ ਧੁਆਵਣੇ ਨਾ ਤਾਂ ਮੈਂ ਤਾਂ ਕੋਈ ਧੋਵਣੇ, ਸਮਝ ਆਈ ਨਾ? ਤੈਨੂੰ ਆਪ ਹੀ ਧੋਵਣ ਪਵਣੇ। कपड़े तो ही धोने, समझ आई? ਜਿਹੜਾ ਨਾ ਹੁੰਦਾ ਹੋਵੇ ਨਾ ਉਹ ਵੀ ਕਰ ਲਵੀਂ, ਲੇਕਿन ਮੈਂ ਕੋਈ ਨਹੀਂ ਕਰਨਾ। ਹਾਂ निमशारा मेरी गाल सुन, काम खराब हो जिसे यार कपड़े तो ही धोने नो। ये जे कहन तो किवें नहीं कपड़े धोने? आज तो कपड़े धोने ही धोने ते मैं तो इत्थों धुआने ही धुआने। ਵੱਡੀ ਆਈ ਮੈਥੋਂ ਕੰਮ ਲੈਵਣ ਵਾਲੀ ਆਂਦੀ ਕੱਪੜੇ ਧੋ। ਇੰਜ ਲਿਤਰਾ ਨਾਲ ਮੈਥੋਂ ਕੰਮ ਲਿਆ ਤਾਂ ਮੈਂ ਮੋੜ ਕਰਦੀ ਆ। ਹਾਂ ओ मैडम की फोस करदी पई है ते मैं तैनू कपड़े आख्या ते तू इत्थे बैठी है। ਤੂੰ ਜੋ ਆਖਿਆ ਤਾਂ ਮੈਂ ਸੁਣ ਲਿਆ। ਮੈਂ ਇੱਕ ਕੰਨ ਨਾਲ ਸੁਣ ਲਿਆ ਤੇ ਦੂਏ ਕੰਨ ਚੋਂ ਕੱਢ ਵੀ ਛੱਡਿਆ। ओ क्यों तेरे कान दी एडी मोरी मोकली है भी परा निकल गया तैनू सुनीता कोई नहीं कपड़े धोने। ਮੈਂ ਕੋਈ ਧੋਵਣੇ ਜਿਵੇਂ ਤੂੰ ਆਂਦੀ ਪਈ ਇੰਜ ਤਾਂ ਮੈਂ ਵੀ ਕੋਈ ਨਹੀਂ ਕਰਨਾ। रिमशा मैं तैनू एक गल दसा, आज तेरा आले खसम आज तेन मैं इतने लित्तर मरवाने कि तू याद रख सके सास करदी की है। मोड़ ए ना की कि मैं तेरे नाल गलत किया। दाना तना उठी बाओ ते कपड़े मेरे धोप जांदी पई है, उन्होंने सुकने पा ते उन्होंने इस्त्री भी करना ही। ਆ ਲਵੇ ਨਾ ਮੇਰਾ ਸਾਈਂ, ਕਰ ਲਵੀਂ ਜਿਤਨੀਆਂ ਤੇਰੇ ਦਿਲ ਆਈਆਂ ਨਾ ਕਰ ਲਈ ਉਹਦੇ ਨਾਲ। ਮੈਂ ਤੇ ਕੱਪੜੇ ਇੰਜ ਕੋਈ ਨਹੀਂ ਧੋਵਣੇ। ਹਾਂ रिमशा पक्की गल है तो कपड़े कोई धोने? ਹਾਂ चलो ठीक है, आज शामी मैं तेन दसे सा कि तू कि मैनू कपड़े धोंदी। ਹਾਂ ਠੀਕ ਹੈ। काम वेख दे जबरदस्ती है भाई। ओके खप पाई मेरा पुत की खपदी जांदी आई है। ਤੁਹਾਨੂੰ ਪਤਾ ਤਾਂ ਹੈ ਆਪਣੀ ਸਵਾਣੀ ਦਾ 24 ਘੰਟੇ ਉਹਦਾ ਇਹ ਕੜਕਾਰ ਹੁੰਦਾ ਪੂਰੇ ਘਰ ਵਿੱਚੋਂ, ਕਿਸੇ ਹੋਰ ਦਾ ਨਹੀਂ ਹੁੰਦਾ। ਸਿਰਫ ਇਸੇ ਦੀ ਆਵਾਜ਼ ਸੁਣੀਂਦੀ ਪਈ ਹੁੰਦੀ ਏ। ਗਵਾਡੀ ਵੀ ਪੁੱਛਦੇ ਨੇ ਵੀ ਇਹ ਕੀ ਕੜਕਾਰ ਹੁੰਦਾ ਤੁਹਾਡੇ ਘਰੋਂ। ਧਮੀ ਨਾਲ ਮੈਂ ਹੁਣ ਜਾਂਦੀ ਪਈ ਹਾਂ ਭਾਂਡੇ ਧੋਵਣ, ਉਹਨੂੰ ਪਤਾ ਵੀ ਹੈ ਦਿਸਦਾ ਵੀ ਪਿਆ ਕਿ ਮੈਂ ਭਾਂਡੇ ਧੋਵਣ ਜਾਂਦੀ ਪਈ ਹਾਂ। ਮੈਨੂੰ ਪਿੱਛੋਂ ਤੇ ਸਦ ਮਾਰੇ ਵੀ ਮੈਂ ਉਹਨੂੰ ਆਖਿਆ ਵੀ ਇਹ ਕੰਮ ਮੈਂ ਕਰਦੀ ਪਈ ਹਾਂ ਤੇ ਤੂੰ ਨਾ ਤੂੰ ਮੈਨੂੰ ਸਦ ਨਾ ਮਾਰਿਆ ਕਰ। ਉਹ ਕੰਮ ਕਰ ਲਵਾਂ ਤੇ ਮੋੜ ਚਲੋ ਮੈਨੂੰ ਜਿਹੜਾ ਕੰਮ ਹੋਵੇ ਦੱਸ ਲਿਆ ਕਰ। ਮੋੜ ਆ ਗਈ ਜ਼ਿੱਦ ਤੇ ਮੇਰੇ ਤੋਂ ਪਹਿਲੇ ਕੱਪੜੇ ਧੋ ਪਹਿਲੇ। ਮੈਂ ਕਿ ਮੈਨੂੰ ਇਹ ਕੰਮ ਕਰਨ ਦੇ, ਮੈਂ ਧੋ ਲਈ ਸਾਂ। ਉਹ ਜ਼ਿੱਦ ਤੇ ਲੱਗ ਗਈ। ਹੁਣ ਮੇਰੀ ਵੀ ਜ਼ਿੱਦ ਹੋਈ, ਮੈਂ ਇੰਜੇ ਤਾਂ ਕੋਈ ਨਹੀਂ ਧੋਣੇ ਜਿਵੇਂ ਉਹ ਧੁਆ ਹੋਇਆ ਮੈਥੋਂ। ਹੁਣ ਮੇਰੀ ਸੁਣ ਮੇਰਾ ਪੁੱਤ ਗੱਲ, ਤੈਨੂੰ ਪਤਾ ਮੈਂ ਬਹੁ ਇਸ ਸਵਾਣੀ ਨਾਲ ਔਖਾ ਗੁਜ਼ਾਰਾ ਕਰਕੇ ਲਾਇਆ। ਮੈਂ ਇਹ ਸਵਾਣੀ ਕੋ ਕਾਂ ਖਾਧੋ ਆ ਹਾਲ ਦੀ ਯਾਰ। ਉਹ ਬਹਿਣੀ ਵਾਲੇ ਆਂਦੇ ਬਈ ਉਹ ਮਲੰਗੀ ਤੇਰੇ ਘਰ ਕੀ ਕੜਕਾਰ ਤੱਤੋ ਆ ਨਾਲ ਗਵਾਢੀ ਆਂਦੇ ਬਈ ਕੀ ਕੜਕਾਰ ਤੱਤੋ। ਹੁਣ ਮੇਰੇ ਵਾਸਤੇ ਮੇਰਾ ਪੁੱਤ ਕੱਪੜੇ ਧੋ ਐਵੇਂ ਤੇਰਾ ਮਰੋ ਦੋਸੀ ਇਹ ਭਰੀਆਂ ਸਟੜੀਆਂ ਹੀ ਸਟੜੀਆਂ। ਉਹ ਗੁੱਚਾ ਗੱਲ ਉਹ ਕਿਹੜਾ ਇਨਸਾਨ ਹੈ ਮੇਰਾ ਪੁੱਤ। ਉਹ ਜਾਣ ਬੁੱਝ ਕੇ ਕਰਦੀ ਹੈ, ਮੈਨੂੰ ਪਤਾ ਹੈ ਕਿ ਉਹਨੂੰ ਪਤਾ ਕਿ ਮੈਂ ਕੰਮ ਕਰ ਲੈਣਾ। ਲੇਕਿਨ ਹੁਣ ਅੱਜ ਤਾਂ ਮੈਂ ਵੀ ਜ਼ਿੱਦ ਕੀਤੀ, ਉਹਦੀ ਜ਼ਿੱਦ ਤਾਂ ਮੇਰੀ ਵੀ ਜ਼ਿੱਦ ਆ। ਮੈਂ ਇੰਜੇ ਕੋਈ ਨਹੀਂ ਧੋਵਣੇ। ਪੁੱਤਰੋ ਜ਼ਿੱਦੋ ਕੰਮ ਵੱਧ ਜਾਵਣਾ ਮੇਰੇ ਵਾਸਤੇ ਨਾ। ਮੈਂ ਤੇਰਾ ਪਿਓ ਆ, ਮੈਂ ਤੇਰਾ ਸਹੁਰਾ, ਮੈਨੂੰ ਨਾ ਸਦਿਆ ਕਰ ਸਹੁਰਾ। ਮੈਂ ਤੇਰਾ ਪਿਓ ਆ, ਮੈਂ ਬਹੁ ਨਾਜ਼ਾ ਨਾਲ ਆਂਦੀ ਹੈ ਤੇ ਇਹ ਜਿਹੜੀ ਰੰਨ ਹੈ ਨਾ ਇਸ ਵਿੱਚ ਚੁੱਕਦਾ ਇੰਜ ਜਲੜੀਆਂ ਨਾ
तेन मैं डांगा मार दी मेरे वास्ते दो छोड़ एवं तेरा मरो दो सी तो भरियां सड़नियां काम वाच उठी उठी मेरा पुत्र तेरी जिंदगी होवे उठी मेरी थी ठीक है ਤੁਹਾਡੇ ਆਖੇ ਤੇ ਧੋ ਛੜੇ ਨਹੀਂ ਹੈ ਕੱਪੜੇ ਲੇਕਿਨ ਇਹ ਅੱਜ ਹੀ ਹੋਣਾ ਠੀਕ ਹੈ ਨਾ ਇਹ ਅੱਜ ਧੋਂਦੀ ਪਈਆਂ ਉਸ ਤੋਂ ਬਾਅਦ ਜੇ ਇੰਜੇ ਇਸ ਕੀਤਾ ਨਾ ਮੇਰੇ ਨਾਲ ਇੰਜੇ ਹੱਥ ਰੱਖਿਆ ਤੇ ਮੁੜ ਮੈਂ ਕੋਈ ਨਹੀਂ ਕਰਨਾ ਮਾਂ ਬਣ ਕੇ ਰਾਸੀ ਤੇ ਮੈਂ ਧੀ ਬਣ ਕੇ ਵਿਖੇਸਾਂ ਉਹਨੂੰ ਜਾਂ ਉਹ ਸੱਸ ਬਣੀ ਤੇ ਮੁੜ ਮੈਂ ਨੌ ਬਣ ਕੇ ਵਿਖਾਵਣਾ ਉਹਨੂੰ ਪੁੱਤਰ ਮੈਂ ਉਹਨੂੰ ਸਮਝਾਈਨਾ ਮੈਂ ਹੁਣ ਆਪਣੇ ਤਰੀਕੇ ਨਾਲ ਸਮਝਾਉਣਾ ਜਿਹੜਾ ਮੈਂ ਪਹਿਲੂ ਉਹਨੂੰ ਸਮਝਾਈਂਦਾ ਹੁਣ ਮੈਂ ਥੋੜਾ ਜਿਹਾ ਹੱਥ ਹੌਲਾ ਰੱਖਿਓ ਯਾਰ ਹੁਣ ਮੈਂ ਹੱਥ ਥੋੜਾ ਜਿਹਾ ਤੇਜ਼ ਕਰ ਰਿਹਾ ਉਹਨੂੰ ਮੈਂ ਸਮਝਾ ਲੈਣਾ ਤੂੰ ਉਹਦਾ ਕੰਮ ਕਰ ठीक है मैं कपड़े मोड़ ठीक है मेरा पुत्र शाबाश मेरी थी छोरा हर वेले सुता ही रहंदा है उता उठी वे ना नींदा तो इलावा और कोई काम भाई मात्रा आई काट छड़ दी जिसले अम्मी है ना तेरियां तो मेरा पोतरा है नींदा पूरियां होनियां कोई ना ते जेड़ी तेरी सवाणी है ना उस मेरियां नींदरा उड़ा छड़ियां ओ हुन की बनया मां ए दसो नवे जो ਹੁਣ ਕੱਪੜੇ ਲੈ ਦਿੱਤੇ ਆ जी हाँ ਉਹ ਜੁਤਰੀਏ ਦੇ ਸਰਾਫੇ ਚ ਬੋੜ ਕੇ ਰੱਖੇ ਹੋਏ ਆ ਉਹਨਾਂ ਦਾ ਰੰਗ ਫਿਟਣਾ ਕਿ ਕੋਈ ਨਾ ਫਿਟਣਾ फिटना ही है मां जी ਮੈਂ ਉਹਨੂੰ ਇਹ ਗੱਲ ਕੀਤੀ ਹੈ ਵਿਛੋਰੇ ਉਠੀ ਬਾਓ ਦੂਏ ਕੰਮ ਸਾਰੇ ਰਹਿੰਦੇ ਮੈਂ ਆਪੇ ਕਰ ਲਈ ਸਾ ਅੱਗੇ ਵੀ ਤਾਂ ਮੈਂ ਕਰਦੀ ਆ ਜੀ ਤੇ ਕੱਪੜੇ ਆਪਣੇ ਧੋਲਾ ਤੇ ਧੋਪਤੇ ਵੀ ਨਾ ਸੱਟੀ ਪੁੱਠੇ ਕਰਕੇ ਛਾਂ ਤੇ ਵਗਾਵੀਂ ਮੇਰੇ ਪੁੱਤ ਦਾ ਖਰਚਾ ਹੁੰਦਾ ਹੈ ਉਹ ਪੈਸੇ ਭਰਦਾ ਹੈ ਜੀ ਨਾ ਤੂੰ ਸੋਹਣੀ ਤਰ੍ਹਾਂ ਪੈਣੀ ਨਾ ਕੁਝ ਸਰਾਫੇ ਬੋੜ ਕੇ ਰੱਖਦੀ ਹੈ ਉਹ ਰੰਗ ਜਾਂਦੇ ਨੇ ਚਾ ਦੂਈ ਦੀਵਾਰੋਂ ਮੁੜ ਤੈਨੂੰ ਆਂਦੀ ਹੈ ਕੱਪੜੇ ਲੈ ਇਹਦੇ ਚ ਕਿਹੜੀ ਉਹ ਕਾਰ ਮੇਰੇ ਨਾਲ ਕੀਤੀ ਹੈ ਨਾ ਇੱਕ ਉਸ ਮੈਨੂੰ ਚਾਟਾ ਨਹੀਂ ਮਾਰੀਆਂ ਤੂੰ ਆ ਉਹ ਸਾਰਾ ਮੇਰੇ ਨਾਲ ਕੀਤਾ ਤੇ ਜੇ ਇਵੇਂ ਚੁੱਪ ਰੱਖੀ ਆਈ ਨਾ ਤੇ ਮੈਨੂੰ ਇੰਜ ਲੱਗਦਾ ਦੋ ਝੌਂਦਿਆਂ ਨੂੰ ਉਸ ਮੈਨੂੰ ਚਾਟਾ ਵੀ ਮਾਰਨੀਆਂ ਤੇ ਉਸ ਮੈਨੂੰ ਘਰੋਂ ਵੀ ਬਾਹਰ ਕੱਢਣਾ ਤੈਨੂੰ ਪਤਾ ਮੇਰਾ ਪੁੱਤਰ ਮੈਂ ਇੱਥੇ ਤਾਂ ਬਿੰਦਾ ਹੀ ਨਹੀਂ ਮੈਂ ਆ ਕੰਮ ਵਕਤ ਵਾਲੀ ਸਮਾਣੀਆਂ ਤੇ ਕਰਦੀ ਰਹਿੰਦੀ जी हाँ, बिल्कुल जी ਤੈਨੂੰ ਇਸ ਗੱਲ ਦੀ ਬੋਲ ਤਾਂ ਕਾਈ ਨਹੀਂ ਮੈਂ ਤਾਂ ਕੱਚਾ ਘਰ ਹੈ ਤੇ ਜ਼ਿਮੀਦਾਰੀਆਂ ਮੇਰੇ ਨਾਲ ਆ ਕੇ ਰੀਸ ਕਰਨਗੀਆਂ ਕਿ ਆਮਨਾ ਮਲਿਕ ਦਾ ਘਰ ਕਿੱਡਾ ਸੋਹਣਾ ਹੈ जी हाँ ਇਹ ਜਦੋਂ ਕਣੀ ਆਈ ਹੈ ਮੈਂ ਨਵਾਣੀਆਂ ਮੇਰੇ ਨਾਲ ਇਤਨਾ ਤੂੰ ਕਰਿਆ ਤੇ ਸਾਡਾ ਘਰ ਚਮ ਕਰਿਆ ਉਹਨੂੰ ਤਾਂ ਜ਼ਬਾਨ ਚਲਾਵਣ ਤੋਂ ਇਲਾਵਾ ਉਹਨ ਮੈਂ ਇਹ ਆਖਣਾ ਵੀ ਤੂੰ ਮੂੰਹ ਧੋਲਾ ਤਾਂ ਵੀ ਮੇਰੇ ਨਾਲ ਲੜ ਹੁਣ ਮੂੰਹ ਦੀ ਕਾ ਗੱਲ ਹੈ नहीं आने मुंह धोला आजकल ये छोरी जरी करीम लाला जरी सुर्खी कज्जोल तो उस मुड़ पाया कदी अम्मा जी हुन मेरी गल सुनो तू मेरी मां है ओनू तेरे कदर दा नहीं पता मैनू पता है क्योंकि तू मेरी मां होई हो तू मेरी जन्नत होई हो तेरियां मैनू चाक नाल जूतियां चावणियां पवणा तां मेरी वास्ते गुनाह कोई नहीं ते बाकी ए बोस बोड़ गई मैं समझा लेना मो हुन ना देर नहीं करनी हुन समझा हुन उस जबान दी बोली नहीं समझना समझा भी सही ਤੇ ਉਹਨੂੰ ਲਿੱਤਰ ਨਾਲ ਸਮਝਾ ਅਗਰ ਜੇ ਤੂੰ ਚੁੱਪ ਰਹੀ ਹੋ ਇਸ ਰਾਂ ਤੇਰੀ ਬਲਕਿ ਮੈਥੇ ਲਿੱਤਰ ਵੇ ਸਾਹਮਣੇ ਤੇ ਸਾਹਮਣੇ ਇਸ ਘਰੋਂ ਬਾਹਰ ਕੱਢਣਾ ਇਹ ਹੁਣ ਚੁੱਪ ਦਾ ਜਹਾਨ ਕੋਈ ਨਹੀਂ ਇਹਨੂੰ ਆ ਚੰਗੀ ਤਰ੍ਹਾਂ ਬੜਾ ਕੇ ਤੇ ਮੋੜੋਂ ਦੇ ਨਾਲ ਗੱਲ ਕਰੇ अम्मा तू गल्ला घात खुदा ते आए वेंदी पई है मेरी जुत्ते मेरा भी दिल आ बैठा त्रुट जावे नवी लई संगिया ए कायनात त्रुटदी पई आज ये जुत्ती त्रुटनी उसे दुत्ते जी ਇਹ ਦੱਸ ਤੇ ਕਿੱਥੇ ਗਈਆਂ ਮੈਂ ਕਿਤੇ ਜਾਵਣਾ ਉਹ ਦੇਖ ਚਾ ਪਾਣੀ ਦਾ ਭਰ ਕੇ ਲੈ ਕੇ ਉਹ ਰੱਖਿਆ ਤੇ ਹੁਣ ਬੇ ਬੋਖਰ ਦੇਊਂਗਾ ਮੇਰੀ ਮਾਂ ਦੀ ਗੱਲ ਦੀ ਤੈਨੂੰ ਸਮਝ ਆਈ ਤਾਂ ਕਾਈ ਨਹੀਂ ਆਈ ਹੁਣ ਕੀ ਆਂਦੀ ਰਹੀ ਅੱਜ ਭਲਾ ਅੱਛਾ ਅੰਮਾ ਤੇਰੀ ਅਪੜ ਗਈ ਹੈ ਉਹ ਆਪਣੇ ਜਾਂ ਨਾ ਆਪਣੇ ਜਿਹੜੀ ਗੱਲ ਮੈਂ ਪੁੱਛਦਾ ਮੈਨੂੰ ਸਿਰਫ ਉਹ ਇੱਕੇ ਗੱਲ ਦਾ ਜਵਾਬ ਦੇਵਣਾ ਦੋ ਦਾ ਨਹੀਂ ਦੇਵਣਾ ਤੇ ਮੈਂ ਕੀ ਆਖਿਆ ਉਹਨੂੰ ਕੋਈ ਭੈੜਾ ਤਾਂ ਨਹੀਂ ਬੋਲਿਆ ਮੈਂ ਉਹਨੂੰ ਤੇ ਉਹਦੇ ਨਾਲ ਚੰਗਾ ਕਿਹੜਾ ਕੀਤਾ ਭਈ ਹੇਕੋ ਨੂੰ ਲਿੱਤਰ ਨੂੰ ਮਾਰਿਆ ਲੂਥਾ ਨੂੰ ਮਾਰਿਆ ਬਾਕੀ ਤਾਂ ਸਾਰੀਆਂ ਉਹਦੇ ਨਾਲ ਕੀਤੀਆਂ ਤੋਂ ਹੁਣ ਇੰਜ ਵੀ ਨਹੀਂ ਹੈ ਸਾਜੇ ਤੋਂ ਹੋਰ ਕਿਵੇਂ ਹੋਣੀ ਉਹਦੇ ਨਾਲ ਉਸ ਜੋ ਤਾਂ ਇਹਨਾਂ ਆਖਿਆ ਬਈ ਕੱਪੜੇ ਚਾ ਕੇ ਧੋ ਲਾ ਆਪਣੇ ਸਰਾਫੇ ਬਿੰਨੇ ਪੈਣ ਤੇ ਉਹ ਖਰਾਬ ਹੁੰਦੇ ਪੈਣ ਸਰਾਫੀ ਤੋਂ ਵੇਚ ਰੱਖ ਛੱਡੇ ਉਸ ਉਹ ਤੈਨੂੰ ਬੜੀ ਗੱਲ ਕੀਤੀ ਹੈ ਆਪਣੇ ਉੱਠ ਕੇ ਕੱਪੜੇ ਧੋ ਲਾ ਆਪਣੇ ਕੱਪੜੇ ਜੀ ਆ ਮੇਰੀ ਇੱਕ ਗੱਲ ਸੁਣੋ ਆ ਲਿੱਤਰ ਵੇਂਦੀ ਪਈ ਹੈ ਇਹ ਤਰੁੱਟਦਾ ਇਹ ਵੀ ਕੋਈ ਨਹੀਂ ਪਿਆ ਤੇ ਮੇਰਾ ਵੀ ਦਿਲ ਹੈ ਤਰੋੜਾਂ ਤੇ ਸਿਰਫ ਇਹ ਤਰੋੜ ਤੇਰੇ ਉੱਤੇ ਜਾਵਣੀ ਇਹ ਗੱਲ ਮੇਰੀ ਸੁਣ ਲਾ ਤੈਨੂੰ ਇਸ ਲਿੱਤਰ ਦੀ ਕਮੀ ਬਣੀ ਖਲੀ ਤੂੰ ਇਤਨੇ ਬਕਵਾਸ ਤੇ ਜ਼ਬਾਨਾਂ ਦੇ ਅੱਗੇ ਮਰਿੰਦੀ ਪਈ ਹੈ ਸਾਜਿਦ ਤੈਨੂੰ ਕੀ ਹੋ ਗਿਆ ਤੈਨੂੰ ਮੈਂ ਇਹੋ ਜੀ ਲੱਗਦੀ ਆ ਮੈਂ ਇਹੋ ਜਿਹਾ ਭੈੜਾ ਕੋਈ ਨਹੀਂ ਬੋਲਿਆ ਮੈਂ ਤੈਨੂੰ ਦੱਸਿਆ ਨਾ ਲਿੱਤਰ ਕਿਵੇਂ ਲੱਗਦੀ ਅੱਛਾ ਦੱਸ ਸਮਾਣੀਆਂ ਕੋਈ ਇੰਜ ਬੋਲਿੰਦਾ ਤੇ ਸਮਾਣੇ ਨੂੰ ਸਮਝਾਉਣ ਦਾ ਮੇਰਾ ਕੀ ਹੱਕ ਨਹੀਂ ਬਣਦਾ ਨਹੀਂ ਨਹੀਂ ਤੇਰਾ ਹੱਕ ਬਣਦਾ ਹੈ ਲੇਕਿਨ ਖਲਾ ਤਾਂ ਨਾ ਸਮਝਾਇਆ ਕਰੇ ਲਿੱਤਰ ਕਹਿਣ ਮਰੇਂਦਾ ਪਿਆ ਹਾਏ ਲਿੱਤਰ ਕਹਿਣ ਮਰੇਂਦਾ ਪਿਆ
तेन हज़ार नहीं आमदा तू मां दी गल तो लग गया ਹੁਣ ਮਰਾ ਲੈਣੇ ਇਹ ਪੌਲੇ रो लेनी ਇਹ ਪੌਲੇ ਰਹਿੰਦੇ ਨੇ ਜਿਹੜੇ ਮੈਨੂੰ ਮਰਾ ਲੈਣੇ ਮਰਾ ਇਹ ਪੌਲੇ ਤੇਰੇ ਕੋਲ ਮੈਂ ਗੇਣ ਗੇਣ ਕੇ ਲੈ ਸੰਗਿਆ मुड़ बेगैरा तो ਕੀ ਕਰਦਾ ਪਿਆ ਇਹ ਕੀ ਪਿਆ ਕਰਦਾ ਹੈ ਇਹ ਮੈਂ ਖੜੋ ਕਲਿਤਰਾ ਦਾ ਸੁਣ ਕੇ ਤੂੰ ਪੁੱਤ ਨੂੰ ਮਰੇਂਦਾ ਪਿਆ हाँ ਉਹ ਹੋਣੀਏ ਹੋਣ ਕਰਾਮ ਨੂੰ ਖੜੋ ਰਾ गोकी ना जगू ਆ ਹੋਣੀਏ ਖੜੋ ਰਾ ਇਹ तो ਪੁੱਤ ਨੂੰ ਨਾ ਪਿੱਛੇ ਮਾਰਿਆ ना पीछे मारे तो मैं दिक्कत नहीं से दिते ਇਹ ਤਾਂ ਕੱਲ ਨੂੰ ਤੂੰ ਮਈ ਲਿੱਤਾਰ ਮਰੇ ਸੇ ਅੱਜ ਉਹਨੂੰ ਲਿੱਤਾਰ ਪੇ ਮਰੇਨਾ ਹੈ ये तो लितरा दे लायक ਪਾੜੇ ਕਰਵਾਈ ਸੇ ये तो लितरा दे लायक दी है ना तो मैं तो तई नहीं लिता मारे सा समझ आई ਮੈਨੂੰ ਵੀ ਲਿੱਤਾਰ ਮਰੇ ਸੇ हाँ ਆ ਜ਼ੁਲਮੀਆ ਇਹਨੂੰ ਜਦੋਂ ਤੋਂ ਲਿੱਤਰ ਮਾਰਨੇ ਨਾ ਉਦੋਂ ਤੈਨੂੰ ਦੇ ਤਾਰੇ ਦਿਸਣੇ ਨੇ अच्छा ਸੋਰਨ ਦਾ ਤੇ ਮੇਰੀ ਜ਼ਬਾਨ ਨਾ ਪਟਾ ਇਸ ਦੇ ਕਾਰਨਾਮੇ ਹੈ ओ चुप चकार कार राम ਇਹਦੇ ਪਿੱਛੇ ਹਟ ਖਲੋ ਇਹਦੇ ਨੇੜੇ ਨਾ ਪਿਆ ਗਾਵੇਂ साजिद तू होश है छे ਤੇ ਭਾਈ, ਸਹੀ ਹੈ ਉਹ ਨਾ ਮੋੜ ਇਹ ਸੰ ਲਿੱਤਰ ਤੋਂ ਹੀ ਮਰਵਾਣ ਨਹੀਂ, ਇਹ ਨਹੀਂ। ਪਿਓ ਪੁੱਤਰਾਂ ਤੋਂ ਹੱਥੀ ਪਵਾ ਉਹ ਰਾਜੀ ਹੋ ਗਈ ਹੈ। ਤੇਰਾ ਕਾਰਨਾਮੇ ਨਹੀਂ हुन राजी हो गई ਤੇ ਤੂੰ ਰਾਜੀ ਹੋ ਗਿਆ ਪੁੱਤ ਨੂੰ ਮਾਰ ਕੇ ਉਹ ਤੂੰ ਰਾਜੀ ਹੋ ਗਿਆ आज तो मैंने दिक्कत दी तो कल नु तेने से लितर मारने ਓਏ ਇਹਨੂੰ ਮੈਂ ਲਿੱਤਰ ਨਹੀਂ ਮਰਿੰਦਾ ਇਹ ਮੇਰੀ ਜੰਨਤ ਹੈ ਤੂੰ ਆਪਣੀ ਆਪ ਖਰਾਬ ਕੀਤੀ ਖਲਾ ਇਹਨੂੰ ਮੈਂ ਹੁਣ ਤਲਾਕ ਕੀ ਦੇਵਣੀ ਮੈਂ ਵਸਾਵਣੇ ਨਹੀਂ ਕੋਈ ਨੂੰ ਇਹਨੂੰ ਤੂੰ ਗੋਡੇ ਨਾਲ ਬਾਲ ਲਵੀਂ तू तलाक दा ना ले मैं तेरी जबान छक लई सा ਕਿਉਂ हां ਇਹ ਲਾਡੀ ਤੇਰੀ ਹੈ ਸਾਡੀ ਲਾਡੀ ਕਾਈ ਨਹੀਂ ਸਾਡੇ ਨਾਲ ਤਾਂ ਚੰਗਾ ਕੀਤਾ ਤਾਂ ਕਰਵਾਉਣਾ ਸੀ ਸਾਡੇ ਨਾਲ ਬੜਾ ਕੀਤਾ ਸੀ ਤਾਂ ਜਾਰੇ ਬੜਾ ਪੁੱਤ सारी जिंदगी मेरी बहना नु नाल मेरे नाल आमन दी तोई ओ मेरे घर आ जांदी ते लड़ी काट देनी हूं हुन इधर ही शैतान पुना ला ले ओ शैताने ना सुनदा पिया फसा पियो देना ਤੇ ਪਿਓ ਸਾਰੀ ਜ਼ਿੰਦਗੀ ਇਹਦੀ ਜ਼ਬਾਨ ਫੜੀ ਰਹੀ ਹੈ ਤੇਰੀਆਂ ਭੈਣਾਂ ਦੀ ਵੀ ਚੰਗੀ ਰਹੀ ਤੇ ਇਹਦੀ ਵੀ ਚੰਗੀ ਹੈ ਇਹ ਹਿੱਕਾ ਫੜੀ ਰਹੀ ਹੈ ਤੈਨੂੰ ਦਿਸਦੀ ਵੀ ਇਹ ਤੈਨੂੰ ਭੈੜੀ ਦਿਸਦੀ ਹੈ ਨਾ ਇਹਨੂੰ ਮੈਂ ਨਾਰ ਲਾ ਕੇ ਨਾ ਇਹਨੂੰ ਮੈਂ ਕਮਾ ਕੇ ਖਵਾ ਸਕਦਾ ਇਹਨੂੰ ਮੈਂ ਆਪਣੇ ਨਾਲ ਲੈ ਜਾਵਣਾ ਇਹ ਸੁਣ ਤੇਰਾ ਟੁੱਕੋ ਹੀ ਕੋਈ ਨਹੀਂ ਪਕਾਉਣ ਤੂੰ ਇਹਦੇ ਕੋਲ ਪਕਵਾਵੇਂ कि तो मैं पकवा ले सा ਮੈਂ ਪੁੱਤ ਨੂੰ ਨਾਲ ਲਈ ਜਾਨੀ ਆਂ। ਅਸੀਂ ਮਾਂ ਪੁੱਤਰ ਵਗ ਜਾਨੇ ਆਂ ਤਾਂ ਤੂੰ ਇਸ ਲਾਡੀ ਲਾ ਕੇ ਬੈਠਾ ਹੈ ਮੋਰ ਤੂੰ ਖੁਸ਼ ਹੈ ਇਹ ਕਮਾਈ ਸੀ ਤੇ ਅੱਛਾ। ਮੈਂ ਖਾਸ जेड़े सुख मैं तो दिते ना तू हुन मगरू ला सारी जिंदगी मैं दुखा च निभाई है सारी जिंदगी तेरे पौले हट रहे जा तू दफा हो जा आए सगातरी नाल ला चल और बजो बाजे मेरा पुत्र चलिए और बेइज्जती करवावा निकाल लो समझ आई ये सारे काम उस होनी दे हैं ते ना ना ਚੱਲ ਮੰਮੀ ਜੀ नहीं ਭੱਜ ਜਾਓ अगला घर जाऊ जाड़ रंता मैं वेख लई जेड़े इस दरंगल करे सी मैं दी अग्गे वाल लग सा अस्सलामुअलैकुम दिस इज़ मी रिमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे और उम्मीद करती हूँ आज की जो हमारी छोटी सी स्टोरी है ये भी आपको पसंद आएगी। देखिए ये हमने सास बहू की जो चपकिश होती है यानी ये आपस में लड़ाई झगड़ा जो उनकी बनती नहीं है उस पर हमने बनाया और ये मतलब एक घरेलू चीज़ है और ये चीज़ बहुत ज़्यादा चल रही है। देखिए आप अगर एक बहू है या एक सास है आप एक दूसरे के साथ मैनेज नहीं करेंगी ना यानी कि कंप्रोमाइज़ करके नहीं चलेंगी एक इंसान भी यानी कि वो नहीं कर रहा तो फिर वो ज़ाहिर घर में जो लड़ाई झगड़े होते हैं वो बढ़ते ही रहते हैं। अब एक बहू है वो अगर अपनी सास को सास ही समझेगी माँ नहीं समझेगी तो ज़ाहिर फिर उसको वैसे ही यानी कि आगे फीडबैक मिलेगा उसका। देखिए अब एक सास है वो अगर सास बनकर ही दिखा रही है अपनी बहू को तो ज़ाहिर वो बहू ही बनकर दिखाएगी ना। अब आप एक माँ बनेगी तो ज़ाहिर वो आपको बेटी की तरह ही वो करेगी ना ट्रीट। लेकिन आप देखिए एक सास बन रही हैं और यानी कि उसको इस तरह से डिग्रेड कर रही हैं तो फिर वो ज़ाहिर बहू बनकर ही आपको दिखाएगी। अगर आप प्यार से उसके साथ यानी कि सलूक करेंगे बर्ताव करेंगे बेटी बनाकर रखेंगे तो वो क्या पागल है कि आपकी खिदमत नहीं करेगी करेगी। एक जो अच्छी यानी कि समझदार लड़कियां होती हैं हर लड़की एक जैसी भी नहीं होती है। जब आप प्यार से उसके साथ बात करें काम बताएं कुछ भी करें तो वो पागल तो नहीं है कि आपके साथ मतलब गलत बर्ताव करेगी या आपको बातें सुनाएगी या आपके काम नहीं करेगी आपकी खिदमत नहीं करेगी उसका हक बनता है। अब मेरा भी इसी तरह था देखिए वो मैं प्यार से पेश आ रही हूँ लेकिन जो मेरी सास है वो वाकई सास ही बनी हुई है माँ तो बनी नहीं है तो मैं भी बिल्कुल वैसे यानी कि दोनों काम जो है वो मुकाबलेबाजी में आ गए जिसकी वजह से हमारे घर में ये लड़ाई झगड़ा जो है वो बढ़ गया और कहाँ तक पहुँच गया आपको पता और ये इस तरह से होता है। तो बेहतर यही है कि ये जो सास बहू का जो कॉन्सेप्ट ना ये आप लोग खत्म कर दें ये माँ बेटी ही होते हैं ठीक है। ये सास बहू वाला कॉन्सेप्ट असल माँ और बाप तो यही ससुर और सास होती है ना। अगर आप उनको उसी नज़र से देखें तो बिल्कुल आपकी जो ज़िंदगी है वो आसान हो जाएगी। अगर आपको हमारी ये स्टोरी अच्छी लगी इसे हमें ज़्यादा से ज़्यादा शेयर भी करना है कमेंट्स में बताएगा कैसी लगी है और लाइक करना मत भूलिएगा। एक बार फिर जाते बाटा प्रोडक्शन ऑफिशियल जिंदाबाद पाकिस्तान पाइंदाबाद।